ਜਰਮਨੀ ਦੀ ਇੱਕ ਨਿਸ਼ਾਨੀ ਆ। ਜਿਹੜੇ ਬੰਦੇ ਖਾਸ ਕਰ ਟੈਂਕੀ ਨਹੀਂ ਚਲਾਈ ਉਹ ਸਨੇ ਨਾ ਰੋਡਾਂ ਤੇ ਉਹ ਮਾਰ ਨਹੀਂ ਖਾਂਦਾ। ਇਹ ਜ਼ਰੂਰੀ ਹੈ। ਸਾਂਗੇ ਓ अस्सलाम वालेकुम रहमतुल्लाह। सुबह अल खैर, सुबह अल नूर बाबे दिओ। टाइम हो गए 3:30। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਰਮਨੀ ਦੇ ਵਿੱਚ ਅਸੀਂ ਖਲੋਤੇ ਆ ਰਾਤ ਨਹੀਂ ਦਿਨ ਨਹੀਂ ਆਈ ਤੇ ਇੱਥੇ 11 ਘੰਟੇ ਦੀ ਸ਼ਿਫਟ ਜਿਹੜੀ ਹੈ ਨਾ ਉਹ ਸਾਡੀ ਖਤਮ ਹੋ ਗਈ। ਹੁਣ ਇਨਸ਼ਾਅੱਲਾ ਅਸੀਂ ਨਿਕਲਣਾ ਅੱਗੇ। ਸਫ਼ਰ ਅਜੇ ਬੜਾ 600-700 किलोमीटर ਅਜੇ ਪਿੱਛੇ ਰਹਿੰਦਾ ਤੇ 3 ਜਗ੍ਹਾ ਤੇ ਅਨਲੋਡਿੰਗ। ਮੇਰੀ ਇਹ बैड लक समझ लो या कभी कभी मैं आना कि एक्सपीरियंस में इजाफा जेड़ा ना होंदा है रोजाना कुछ ना कुछ सीखने लभदा। सो आज का दिन शुरू करने तुसा मेरे नाल रहना है। पिछले व्लॉग अगर तुसा वेखे ना तो मैनूं उम्मीद है तुसी उस वजह तो अज तक इत्थे रुके हो। चलो शुरू करते हैं क्योंकि भुख इतनी है कोई ना। एक खुरमानी खाने एक खजूर और एक अद्धा केला ਤੇ ਫਿਰ ਸਫ਼ਰ ਦਾ ਆਗਾਜ਼ ਕਰਨਾ। ਗੁੱਡ ਮਾਰਨਿੰਗ ਬਾਬੇ ਦੇ ਮੇਨ ਚਲਦੇ ਆ ਕੋਈ ਤਕਰੀਬਨ 150 ਕਿਲੋਮੀਟਰ ਹੋ ਗਿਆ ਤੇ ਚਾਨਣ ਵੀ ਹੋ ਗਿਆ ਤੇ ਮੈਂ ਬੜੀਆਂ ਨਾ ਚੜਾਈਆਂ ਚੜ ਗਿਆ ਤੇ ਮੈਂ ਹੁਣ ਜਰਮਨੀ ਦੇ ਉਸ ਇਲਾਕੇ ਵਿੱਚ ਜਿਹੜਾ ਇਸ ਮੌਸਮ ਦੇ ਵਿੱਚ ਵੀ ਬਹੁਤ ਠੰਡਾ ਯਾਨੀ ਤਕਰੀਬਨ 11 12 13 ਦਰਜਾ ਲੱਥੇ ਵੇ ਦੇ ਲਾਈਆਂ ਚੜਾਈਆਂ। बाबा जी चुनेन जे काम जिमें पता नहीं तू तैफ वाल चढ़िया कि नहीं। तैफ से उत्ते ना बिल्कुल टॉप पे जाइए ना इतने उन्हों काम होया पे बिल्कुल कोई शय नहीं दिस कोई शय नहीं दिस। एक पंप से मैं रुकिया इतने मैं पोया एड ब्लू मोटरवे तो। हालांकि कंपनियां मोटरवे तो एड ब्लू पवानियां नहीं है नहीं मन डीजल भी नहीं पवानियां। उसकी वजह है कि तुहानू पता है मोटरवे ਤੁਹਾਨੂੰ ਚੀਜ਼ਾਂ ਮਹਿੰਗੀਆਂ ਲੱਭਦੀਆਂ ਸਿਰਫ ਪਾਕਿਸਤਾਨ ਹੀ ਨਹੀਂ ਯਾਰ ਕੰਟਰੀ ਵਿੱਚ ਕੋਈ ਸੁਰਤ ਹਾਲ। ਹੁਣ ਫਿਰ ਨਿਕਲਨੇ ਆਗਾ ਬਾਹਰ। ਥੋੜੀ ਦੇਰ ਮੈਂ ਨਿਕਲਿਆ ਕੰਮ ਨਹੀਂ ਲੱਗ ਗਈ ਮੈਂ ਪਾਈ ਵੀ ਟੀ ਸ਼ਰਟ ਬਾਹਰ ਭਾਈ ਇੱਕਦਮ 12 13 ਅੱਗੇ ਇੱਕ ਹੀ ਜਗ੍ਹਾ ਤੇ ਮੈਂ ਆਸਤੇ ਉੱਥੇ ਹੈਗਾ 9 ਤੱਕ ਵੀ ਟੈਂਪਰੇਚਰ ਗਿਆ। ਲੋ ਜੀ ਜਰਮਨੀ ਪਾਰਕਿੰਗ ਦੇ ਵਿੱਚ ਰੁਕੇ ਆ ਤੇ ਟਾਈਮ ਹੋ ਗਿਆ ਨਾਸ਼ਤੇ ਦਾ। ਅੱਜ ਜਰਮਨੀ ਸਰਦੀਆਂ ਯਾਦ ਕਰਵਾ ਛੜੀਆਂ ਜਿਉਂ ਆਪਣੀਆਂ ਸਰਦੀਆਂ ਵਿੱਚ ਉੱਥੇ ਪੋਮਾ ਵਿੱਚ ਧੁੰਦਾਂ ਨਹੀਂ ਪਾਉਂਦੀਆਂ। ਬੜਾ ਹੀ ਸੀਨ ਹੈ। ਪਿੱਛੇ 200 ਕਿਲੋਮੀਟਰ ਰਹਿ ਗਿਆ। ਉਸ ਤੋਂ ਬਾਅਦ ਮੈਂ ਗੱਡੀ ਅਨਲੋਡ ਕਰਨੀ ਇੱਕ ਜਗ੍ਹਾ ਤੇ ਫਿਰ ਬਾਕੀ ਪਿੱਛੇ 2 ਅਨਲੋਡਿੰਗ। ਮੈਨੂੰ ਸਮਝ ਇਸ ਗੱਲ ਦੀ ਨਹੀਂ ਆਉਂਦੀ ਵੀ ਸਾਡੀ ਕੰਪਨੀ ਇਹ ਗੱਡੀ ਰੱਖੀ ਹੈ ਜਾਂ ਕੋਈ ਰੇੜਾ ਬਣਾਇਆ ਨੇ ਅੱਲਾ ਦੇ ਅਮਰ ਬਣਾਇਆ। ਜਰਮਨੀ ਦੀ ਇੱਕ ਨਿਸ਼ਾਨੀ ਆ ਵੀ ਹੈ ਕਿ ਤੁਹਾਨੂੰ ਸਿਗਨਲ ਤੇ ਕਰਤਬ ਕਰਦੇ ਬੰਦੇ ਦਿਖਾਈ ਦੇ ਸੰਦੇ। ਇਹ ਇੰਜ ਨਹੀਂ ਕਿ ਤੁਹਾਡੇ ਅੱਗੇ ਉਂਝੇ ਆ ਕੇ ਹੱਥ ਕਰ ਸੰਦੇ ਕੁਝ ਨਾ ਕੁਝ ਕਰਤਬ ਕਰ ਸੰਦੇ ਤੁਹਾਨੂੰ ਫਨ ਆਪਣਾ ਵਿਖਾ ਸੰਦੇ ਕੁਝ ਨਾ ਕੁਝ ਜ਼ਰੂਰ ਵੇਚ ਸੰਦੇ। ਇਹ ਚੀਜ਼ ਫਿਰ ਬੰਦੇ ਇਹਨਾਂ ਨਾਲ ਆਪਣੇ ਹਿਸਾਬ ਵਿੱਚ ਜੋ ਕਿਸੇ ਨੂੰ ਤੌਫੀਕ ਹੁੰਦੀ ਹੈ ਉਹ ਇਸ ਫਨ ਦਾ ਮੁਜ਼ਾਹਰਾ ਕਰਕੇ ਜਿਹੜਾ ਵਿਖਾਉਂਦਾ। ਅੱਗੇ ਸਿਗਨਲ ਭੁੱਲ ਗਿਆ। ਇਹ ਜਰਮਨੀ ਦਾ ਸ਼ਹਿਰ ਹੈ। ਇਸ ਦਾ ਨਾਮ ਹੈ ਹਮਬਰਗ। ਬੜਾ ਠੰਡਾ ਸ਼ਹਿਰ ਹੈ ਯਾਰ। ਠੀਕ ਹੈ ਮਤਲਬ ਟੈਂਪਰੇਚਰ ਇਹਦਾ। ਜਰਮਨੀ ਸੋਹਣਾ ਬਾਬਾ ਜੀ ਯਕੀਨ ਕਰੋ ਸੋਹਣਾ ਜਰਮਨੀ। ਹਾਏ 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 ਜਰਮਨੀ ਇੱਕ ਆਜ਼ਾਦੀ ਨਹੀਂ ਜਿਹੜੀ ਸਾਰਿਆਂ ਬੰਦਿਆਂ ਨੂੰ ਦਿੱਤੀ। ਉਹ ਇਹ ਆਜ਼ਾਦੀ ਹੈ ਕਿ ਤੁਸੀਂ ਆਪਣੀ ਜਿਹੜੀ ਕੰਟਰੀ ਵੀ ਹੈ ਨਾ ਉਹਦਾ ਤੁਸੀਂ ਝੰਡਾ ਇਸ ਗੱਡੀ ਤੇ ਲਾ ਸਕਦੇ ਹੋ ਯਾਰ। ਆਪਣੀ ਗੱਡੀ ਤੇ ਆਪਣੀ ਬਿਲਡਿੰਗ ਤੇ ਤੁਸੀਂ ਝੰਡਾ ਲਾ ਸਕਦੇ ਹੋ ਕੋਈ ਮਸਲਾ ਨਹੀਂ। ਸਾਰਿਆਂ ਬੰਦਿਆਂ ਨੇ ਉਤਨੀ ਇੱਜ਼ਤ ਦਿੰਦਾ ਜੋ ਸਾਡੀ ਕੰਪਨੀ ਨਾ ਸਹੀ ਥੱਕੇ ਲੋਡ ਲੱਭਦੇ ਨਾ ਸ਼ਹਿਰ ਤੇ ਵਿੱਚੋਂ ਵਿੱਚ ਲੋਡ ਪਾ ਛੱਡਦੇ। ਮੈਂ ਜੋ ਰਕਸ਼ੇ ਨਹੀਂ ਮੰਡੀ ਤੋਂ ਲੋਡ ਹੁੰਦੇ ਉਹ ਵਾਲਾ ਹਿਸਾਬ ਸਾਡੀ ਕੰਪਨੀ ਕਰ ਛੱਡਦੀ। ਕੋਈ ਗੱਲ ਕਰਨ ਵਾਲੀ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਹੈ ਤੁਹਾਡਾ। ਬਹਿ ਜਾ ਕੇ ਆ ਗਿਆ ਇੱਕ ਕੰਪਨੀ ਚ ਗਿਆ ਉਹਨੇ ਆਖਿਆ ਇੱਥੇ ਤੇ ਲੋਡ ਹੀ ਨਹੀਂ ਤੇਰਾ। ਹੁਣ ਚੱਲ ਫਿਰ ਮੈਨੇਜਰ ਨੇ ਦੱਸਣਾ ਬੂਤ ਨਹੀਂ ਦਿਆ ਲੋਕੇਸ਼ਨ ਤੇ ਬੰਦੇ ਦੇ ਪੁੱਤਰਾਂ ਵਾਲੀ ਪਾ ਨਾ। ਇੱਥੇ ਜੱਟ ਗਲੀ ਉਹ ਗਲੀ ਘੁੰਮਣ ਲੱਗੇ ਆ। ਰੋਡ ਦੀ ਹਾਲਤ ਵੀ ਚੈੱਕ ਕਰਦੇ ਹੋ। ਆ ਇੰਨੀਆਂ ਜਗ੍ਹਾ ਤੇ ਤੰਗ ਤੇ ਫਿਰ ਬੰਦੇ ਨੇ ਕਿਤੇ ਵੇਲੇ ਜਿਹੜਾ ਨਾ ਉਹ ਫਸਾਨ ਹੋ ਜਾਂਦਾ। ਬੁੱਢੇ ਚਾਮਨੀ ਜਿਹੜੇ ਜਿੱਥੇ ਵੀ ਬੈਠੇ ਨੇ ਭਾਵੇਂ ਪਾਕਿਸਤਾਨ ਹੈ ਜਾਂ ਉਹ ਹੈ ਯੂਰਪ ਹੈ
ਇਹ ਯਕੀਨ ਕਰੋ ਮੈਂ ਅੱਗੋਂ ਆਖਾਂ ਹੁਣ ਕੁਝ ਨਾ, ਇਹ ਮਰਦੇ ਵੀ ਨਹੀਂ ਬਈ। ਅੱਗੇ ਮੈਂ ਆਇਆ ਹੁਣ ਵਿਖਾਈ ਇਹ ਫੋਟੋ ਸਾਖਿਆ ਨਹੀਂ ਇੱਥੇ ਲੋੜ ਹੀ ਨਹੀਂ, ਠੀਕ ਹੈ। ਫਿਰ ਸਾਰੀ ਗੱਲਬਾਤ ਮੈਨੇਜਰ ਨਾਲ ਕਰਕੇ ਫਿਰ ਮੈਂ ਸਿੱਧੀ ਗੱਡੀ ਵਾੜੀ ਹੈ, ਠੀਕ ਹੈ। ਫਿਰ ਨੇ ਸਾਖਿਆ ਬਈ ਗੱਡੀ ਤੋਂ ਕਿਉਂ ਪਿਆ ਵਾੜਨਾ, ਤੇ ਉਹਨੂੰ ਲੈ ਗਿਆ ਪੇਪਰ, ਹੁਣ ਦੱਸੇ ਦਾ ਬਈ ਕਿਵੇਂ ਗੱਡੀ ਹੁਣ ਖਾਲੀ ਕਰਨੀ। ਇਹ ਜ਼ਰੂਰੀ ਹੈ ਯੂਰਪ ਦੇ ਵਿੱਚ, ਸਾਊਦੀ ਅਰਬ ਵੀ ਦੁਬਈ ਵਾਲਿਆਂ ਨੂੰ ਪਤਾ ਜ਼ਰੂਰੀ ਹੈ, ਲੇਕਿਨ ਇਹ ਬਈ ਅਸੀਂ ਪਾਉਂਦੇ ਪੁੰਦੇ ਕੋਈ ਨੇ ਸਾਦੇ ਆ ਵੀ ਚੱਲਦਾ ਹੈ ਸਾਰਾ ਕੁਝ। ਉਂਝ ਮਸਲਾ ਕੋਈ ਨਹੀਂ ਹੁੰਦਾ ਕਿ ਅਗਰ ਕਦੋਂ ਇੰਤਜ਼ਾਰ ਕਰਨਾ ਪੈ ਵੀ ਜਾਏ ਘੰਟਾ ਡੇਢ ਤੇ ਕੋਈ ਮਸਲਾ ਨਹੀਂ। ਹਾਂ ਈਵਨ ਨਹੀਂ ਵੀ ਲੱਭਦੀ ਲੋਕੇਸ਼ਨ ਤੇ ਕੋਈ ਮਸਲਾ ਨਹੀਂ, ਲੇਕਿਨ ਟੈਨਸ਼ਨ ਉਸ ਵੇ ਬਣਦੀ ਹੈ ਜਿਸ ਟਾਈਮ ਕੰਪਨੀ ਦੇ ਨਜ਼ਦੀਕ ਤਰੀਨ ਤੁਹਾਨੂੰ ਪਾਰਕਿੰਗ ਵੀ ਨਾ ਲੱਭੇ। ਬਿਲਕੁਲ ਸਿਰਫ ਇੱਕ ਗੱਡੀ ਦੇ ਲੱਗਣੇ ਦਾ ਰਸਤਾ ਆਈ ਤੇ ਉੱਥੇ ਹੀ ਬੜੀ ਔਖੀ ਮੈਂ ਗੱਡੀ ਪਾਰਕ ਕਰਕੇ ਤੇ ਫਿਰ ਘੁੰਮਦਾ ਰਿਹਾ, ਕੰਪਨੀ ਡੋੜਦਾ ਰਿਹਾ। ਅੱਛਾ ਜੀ, ਇੱਕ ਜਗ੍ਹਾ ਤੇ ਗੱਡੀ ਹੋ ਗਈ ਖਾਲੀ ਤੇ ਬਾਕੀ ਹੁਣ ਦੋ ਜਗ੍ਹਾ ਤਰ੍ਹਾਂ ਦੀ ਗੱਡੀ ਖਾਲੀ ਕਰਨੀ। ਇੱਥੋਂ ਤਕਰੀਬਨ ਹੈ 60 ਕਿਲੋਮੀਟਰ। ਹੁਣ ਉੱਥੇ ਜਾਂਦੇ ਆ, ਵੇਨੇ ਆ ਬਈ ਉੱਥੇ ਕੀ ਭਾਅ ਵਿਕਦੀ ਨਾਲ ਹੀ ਹੋ। ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਚੱਲਾਂ, ਜਿਹੜੇ ਬੰਦੇ ਖਾਸ ਕਰ ਟੈਂਕੀ ਨਹੀਂ ਚਲਾਈ ਸਾਊਦੀਆ ਦੇ ਵਿੱਚ, ਉਸ ਨੇ ਨਾ ਰੋਡਾਂ ਤੇ ਉਹ ਮਾਰ ਨਹੀਂ ਖਾਂਦਾ। ਜਿਹੜਾ ਸਿਰਫ ਸਫਰੀ ਚਲਿਆ ਨਾ ਉਹਦੇ ਵਾਸਤੇ ਥੋੜੀ ਜਿਹੀ ਮੁਸ਼ਕਲ ਹੈ। ਯਾਨੀ ਸਫਰੀ ਤੋਂ ਮੁਰਾਦ ਹੈ ਵੀ ਜੇ ਸੰਜੇ ਬਾਹਰੋਂ ਸੁਨਾਈਏ ਚ ਲੋਡ ਕੀਤੀ ਤੇ ਫਿਰ ਸੁਨਾਈਏ ਚ ਜਾ ਕੇ ਉਸ ਖਾਲੀ ਕੀਤੀ, ਉਹਦੇ ਵਾਸਤੇ ਥੋੜਾ ਜਿਹਾ ਮਸਲਾ ਹੈ, ਲੇਕਿਨ ਐਡੇ ਵੀ ਕੋਈ ਗੱਲ ਕੋਈ ਨਹੀਂ, ਠੀਕ ਹੈ ਨਾ। ਬਾਕੀ ਅਸਾਂ ਕਿਹਾ ਨਸੀਬ ਡਰਾਈਵਰਾਂ ਨਾਲ। ਲੋ ਜੀ ਅੱਪੜ ਆਇਆ ਸੀ ਦੂਜੇ ਲੋਡ ਤੇ ਇੱਥੇ ਵੀ ਹੁਣ ਲੋਡ ਪੇ ਖਾਲੀ ਕਰਨੇ ਆ। ਮੇਰੇ ਪਿੱਛੇ ਜੂੰ ਪੇ ਤੁਸੀਂ ਵੇਖਦੇ ਅੱਧੀ ਅੱਗੀ ਗੱਡੀ ਅੱਗੋਂ ਖਾਲੀ ਹੋ ਗਈ, ਇਹ ਪਿੱਛੇ ਰਹਿੰਦਾ, ਇਹ ਹੁਣ ਕਿਸੇ ਹੋਰ ਹੀ ਘਰੇ ਦਾ ਉੱਧਰ ਚੱਲ ਜਾਂਦੇ ਤਾਂ ਹੀ ਪਤਾ ਲੱਗ ਸੀਦਾ। ਲੋ ਜੀ ਬਾਬੇ ਦੇ ਉਹ ਤੀਜੀ ਫਿਰ ਲੋਡਿੰਗ ਜਿਹੜੀ ਆਈ ਉਹ ਉੱਥੇ ਨਾ ਅੱਪੜ ਸਕਿਆ, ਕੁਝ ਟਾਈਮ ਦਾ ਵੀ ਆਈ ਤੇ ਕੁਝ ਅਗਲੀ ਕੰਪਨੀ ਜਿਹੜੀ ਨਾ ਉਹ ਬੰਦ ਹੋ ਗਈ। ਮੈਨੇਜਰ ਬੰਦੇ ਦਾ ਪੁੱਤਰ ਆਈ, ਹੁਣ ਗੱਲ ਸਮਝ ਆ ਗਈ। ਉਸ ਮੈਨੇ ਆਖਿਆ ਪਾਰਕਿੰਗ ਤੋਂ ਕੋਈ ਢੂੰਢ ਲਾ ਤੇ ਸੁਬਾ ਉਹ ਅਨਲੋਡ ਕਰਕੇ ਤੇ ਅੱਗੋਂ ਫਿਰ ਲੋਡ ਕਰ ਸਕਦੇ। ਪਾਰਕਿੰਗ ਜਿਹੜੀ ਮੇਨ ਸ਼ੋਪ ਹੀ ਹੁੰਦੀ ਹੈ ਉਹ 4.5 ਕਿਲੋਮੀਟਰ ਹੈ। ਤੇ ਉਹ ਸੀਨ ਚੈੱਕ ਕਰੋ ਨਾ ਤੁਸੀਂ ਯਾਰ, ਅੱਲਾਹੁ ਅਕਬਰ ਸੁਭਾਨ ਅੱਲਾਹ, ਚੈੱਕ ਕਰੋ ਯਾਰ। ਜਰਮਨੀ ਆਇਆ, ਜਰਮਨੀ ਆਇਆ, ਘੋੜੇ ਦੇ ਆ ਬੱਚੇ ਆ ਜਿਵੇਂ ਜਰਮਨੀ ਜਿਵੇਂ। ਆਹਾ ਜਰਮਨੀ ਆਈ ਤੇ ਸਵਿਟਜ਼ਰਲੈਂਡ ਨੇ ਵੀ ਕੱਟਦਾ ਪਿਆ ਹੈ। ਵਾਹ ਜੀ ਵਾਹ, ਕਿਆ कहने। ਲੈ ਬਾਬੇ ਦੇ ਪਾਰਕਿੰਗ ਬੜੀ ਚੰਗੀ ਜਾਈ ਤੇ ਲੱਭ ਗਈ ਹੈ, ਠੀਕ ਹੈ। ਉਹ ਜਿਹੜੀ ਤੁਹਾਨੂੰ ਮੈਂ ਵਿਖਾਈ ਹੈ ਜਿਹੜੀ 5-7 ਕਿਲੋਮੀਟਰ, ਉਸ ਵੇ 4.5 ਕਿਲੋਮੀਟਰ ਸ਼ੋਪ ਹੀ ਕਰਦੀ ਹੈ, ਨਾਲ ਰੋਡ ਵੀ ਲੱਗਦਾ ਪਿਆ। ਤੇ ਹੁਣ ਭਾਈ ਆ ਆਪਣਾ ਨਾ ਇੱਥੇ ਕੋਈ ਡਿਨਰ ਦਾ ਸਿਸਟਮ ਕਰ ਸਕਦੇ ਤੇ ਤੁਹਾਡੇ ਕੋਲੋਂ ਮੈਂ ਅੱਜ ਦੇ ਦਿਨ ਇਜਾਜ਼ਤ ਲੈ ਸਕਦਾ। ਇਹ ਕੰਮ ਚੰਗਾ ਭਲਾ ਮੈਂ ਕੜਕਾ ਵਗਿਆ, ਮੈਨੂੰ ਲੱਗਦਾ ਹੈ ਕਿ ਯਾਰ ਡੇਲੀ ਵਾਲਾ ਖਾਤਾ ਜਿਹੜਾ ਨਾ ਉਹ ਚੱਲਣਾ ਨਹੀਂ, ਲੇਕਿਨ ਕੋਸ਼ਿਸ਼ ਜਾਰੀ ਹੈ, ਹਰ ਦਿਨ ਬਿਹਤਰੀ ਉਸੇ ਦੀ। ਤੇ ਆਪਣਾ ਤੇ ਆਪਣੇ ਪੈਰਾਂ ਦਾ ਢੇਰ ਸਾਰਾ ਖਿਆਲ ਰੱਖਿਆ ਤੇ ਚੈਨਲ ਨਾ ਆਪਣੇ ਦੋਸਤ ਅਹਿਬਾਬ ਨਾਲ ਜ਼ਰੂਰ ਸ਼ੇਅਰ ਕਰਿਆ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ। ਅੱਲਾ ਸੁਣਨ ਦੇ ਵਾਲੇ, ਫੀਮਾਨ ਅੱਲਾ।